हाँ जी बेटा, गुड मॉर्निंग स्टूडेंट्स टू ऑल ऑफ यू। अच्छा बेटा, अपने फर्स्ट चैप्टर स्टार्ट किया है 8th क्लास जनरल साइंस क्रॉप प्रोडक्शन एंड मैनेजमेंट। ठीक है, ਜਿਹਦੇ ਵਿੱਚੋਂ ਅਸੀਂ ਇਹਦੀ ਐਗਰੀਕਲਚਰ ਪ੍ਰੈਕਟਿਸਿਸ ਪੜ੍ਹ ਰਹੇ ਸੀਗੇ ਔਰ ਐਗਰੀਕਲਚਰ ਪ੍ਰੈਕਟਿਸਿਸ ਦੇ ਵਿੱਚ ਅਸੀਂ ਪ੍ਰੈਪਰੇਸ਼ਨ ਆਫ ਸੋਇਲ ਕਰ ਲਈ ਸੀਗੀ, ਸਿਲੈਕਸ਼ਨ ਐਂਡ ਸੋਇੰਗ ਆਫ ਸੀਡਸ, ਰਿਪਲੇਸਮੈਂਟ ਆਫ ਨਿਊਟ੍ਰੀਐਂਟਸ ਇਨ ਦਾ ਸੋਇਲ। ठीक है, ਇਹਦਾ ਜੀ ਇਸਦਾ ਅਸੀਂ 2 ਪਾਰਟ ਸੀਗੇ, ਇਹਦਾ ਅੱਜ ਪੀ ਪਾਰਟ ਕਰਨਾ ਜਿਹਦੇ ਵਿੱਚ ਮੈਨੂਅਰ ਐਂਡ ਫਰਟੀਲਾਈਜ਼ਰਸ ਹੈ। ਮੈਨੂਅਰ ਐਂਡ ਫਰਟੀਲਾਈਜ਼ਰਸ ਬਾਰੇ ਪੜ੍ਹਾਂਗੇ ਅੱਜ। ਓਕੇ, ਸੋ ਮੈਨੂਅਰਸ ਕੀ ਹੁੰਦੇ ਆ ਬੇਟਾ ਐਂਡ ਫਰਟੀਲਾਈਜ਼ਰਸ। ਯੂਜ਼ ਆਫ ਮੈਨੂਅਰ ਆਫ ਫਰਟੀਲਾਈਜ਼ਰਸ ਇਜ਼ ਕਾਲਡ ਦਾ ਮੈਨੂਅਰਿੰਗ। ਠੀਕ ਹੈ, ਜਿਹੜੀ ਚੀਜ਼ ਇਹਨਾਂ ਦੀ ਚੀਜ਼ ਵਰਤੋਂ ਯੂਜ਼ ਕਰਦੇ ਹਾਂ ਅਸੀਂ, ਇਹਨਾਂ ਨੂੰ ਮੈਨੂਅਰਿੰਗ ਬੋਲਦੇ ਹਾਂ। ਇਹ ਜਿਹੜੇ ਸਬਸਟਾਂਸ ਆ ਦੋਨੇ, ਇਹ ਕੀ ਕਰਦੇ ਆ, ਫਰਟੀਲਿਟੀ ਸੋਇਲ ਦੀ ਇਨਕਰੀਜ਼ ਕਰਦੇ ਆ। ਫਰਟੀਲਿਟੀ ਮਤਲਬ ਉਪਜਾਊ ਸ਼ਕਤੀ ਜਿਹੜੀ ਆ, ਉਪਜਾਊ ਸ਼ਕਤੀ ਜਿਹੜੀ ਹੁੰਦੀ ਆ ਕਿਹਦੀ, ਸੋਇਲ ਦੀ, ਤਾਂ ਕਿ ਉਹਦੇ ਵਿੱਚ ਜਿਹੜੇ ਪਲਾਂਟਸ ਵਗੈਰਾ ਉਹ ਈਜ਼ੀਲੀ ਗਰੋ ਕਰ ਸਕਣ ਅਤੇ ਪ੍ਰੋਪਰ ਉਹਨਾਂ ਨੂੰ ਸਾਰੇ ਮਿਨਰਲ ਨਿਊਟ੍ਰੀਐਂਟਸ ਮਿਲ ਸਕਣ। ਠੀਕ ਹੈ, ਇਸ ਕਰਕੇ ਅਸੀਂ ਮੈਨੂਅਰ ਐਂਡ ਫਰਟੀਲਾਈਜ਼ਰਸ ਜਿਹੜੇ ਇਹਨਾਂ ਨੂੰ ਉਹ ਯੂਜ਼ ਕਰਦੇ ਹਾਂ। ਮੈਨੂਅਰ ਕੀ ਹੁੰਦਾ ਬੇਟਾ, ਮੈਨੂਅਰ ਇਟ ਇਜ਼ ਆਰਗੈਨਿਕ ਸਬਸਟਾਂਸ, ਇੱਕ ਆਰਗੈਨਿਕ ਸਬਸਟਾਂਸ ਹੁੰਦਾ ਜਿਹਦੇ ਵਿੱਚ ਨਿਊਟ੍ਰੀਐਂਟਸ ਪਾਏ ਜਾਂਦੇ ਆ। ਕਿੱਥੋਂ ਬਣਦਾ ਆ, ਜਿਹੜੇ ਪਲਾਂਟਸ ਐਂਡ ਐਨੀਮਲਸ ਇਹਨਾਂ ਦਾ ਜਿਹੜਾ ਵੇਸਟ ਹੁੰਦਾ ਨਾ, ਠੀਕ ਹੈ, ਜਿੱਦਾਂ ਗਲੇ ਸੜੇ ਪੱਤੇ ਹੋ ਗਏ, ਐਨੀਮਲਸ ਦਾ ਗੋਬਰ ਵਗੈਰਾ ਗਿਆ ਹੋ ਗਏ, ਇਹ ਚੀਜ਼ਾਂ ਜਿਹੜੀਆਂ ਆਪਸ 'ਚ ਜੁਆਇਨ ਕਰਕੇ ਮਿਕਸਿੰਗ ਹੋ ਕੇ ਇਹਨਾਂ ਦੀ, ਠੀਕ ਹੈ, ਡੀਕੰਪੋਜ਼ ਹੋ ਜਾਂਦੇ ਆ ਅਤੇ ਉਹਨਾਂ ਤੋਂ ਕੀ ਬਣਦਾ ਹੈ, ਐਨੀਮਲ ਮਾਈਕਰੋਬਸ ਬਣਦੇ ਆ। ਠੀਕ ਹੈ, ਸੋ ਮੈਨੂਅਰ ਬਣਦਾ ਹੈ ਔਰ ਇਹਦੇ ਵਿੱਚ ਕੀ ਹੁੰਦਾ, ਮਾਈਕਰੋਬਸ ਵੀ ਜਿਹੜੇ ਹੈਲਪ ਕਰਦੇ ਹੁੰਦੇ ਆ। ਠੀਕ ਹੈ ਜੀ, ਹੁਣ ਇਹ ਜਿਹੜੇ ਕੰਪੋਸਟ ਆ ਉਹ ਕਿਵੇਂ ਪ੍ਰੀਪੇਅਰ ਹੁੰਦੀ ਹੈ। ਕੰਪੋਸਟ ਇਜ਼ ਪ੍ਰੀਪੇਅਰਡ ਬਾਏ ਡੀਕੰਪੋਜੀਸ਼ਨ ਆਫ ਫਾਰਮ ਐਂਡ ਡੋਮੈਸਟਿਕ ਆਰਗੈਨਿਕ ਵੇਸਟ ਮਟੀਰੀਅਲਸ ਲਾਈਕ ਐਨੀਮਲ ਐਕਸਕ੍ਰੀਟਾ, ਜਿੱਦਾਂ ਮੈਂ ਦੱਸ ਗਿਆ ਗੋਬਰ ਵਗੈਰਾ ਜਿਹਨੂੰ, ਠੀਕ ਹੈ ਨਾ, ਉਹ ਅਸੀਂ ਯੂਜ਼ ਕਰਦੇ ਹਾਂ। ਫਿਰ ਫਿਕਲ ਮੈਟਰ ਆਫ ਹਿਊਮਨ ਬੀਇੰਗ, ਸੀਵੇਜ ਵੇਸਟ ਹੋ ਗਿਆ, ਵੀਡਸ ਹੋ ਗਏ, ਅਨਵਾਂਟਡ ਪਲਾਂਟਸ ਹੋ ਗਏ, ਡਰਾਈ ਲੀਵਸ ਹੋ ਗਏ, ਇਹ ਸਾਰੇ ਇਹਨਾਂ ਨੂੰ ਇੱਕ ਪਿੱਟ ਮਤਲਬ ਖੱਡਾ ਖੋਦ ਕੇ ਤੁਸੀਂ ਉਹਦੇ ਵਿੱਚ ਸਾਰੀਆਂ ਚੀਜ਼ਾਂ ਡਿਪੋਜ਼ਿਟ ਕਰ ਲੈਣੀਆਂ। ਜਿਹਦੇ ਵਿੱਚ ਐਨੀਮਲ ਵੇਸਟ ਹੋ ਗਿਆ, ਪਲਾਂਟਸ ਦਾ ਵੇਸਟ ਹੋ ਗਿਆ, ਸੀਗਾ ਗੋਬਰ ਹੋ ਗਿਆ, ਇਹ ਸਾਰਿਆਂ ਨੂੰ ਇੱਕ ਜਗ੍ਹਾ ਕੀ ਕਰ ਲੈਣਾ ਤੁਸੀਂ, ਇਹਨਾਂ ਨੂੰ ਇੱਥੇ ਕੀ ਕਰਦੇ ਹੋ, ਮਿਕਸ ਕਰ ਲੈਂਦੇ ਹਾਂ ਸਾਰਿਆਂ ਨੂੰ। ਠੀਕ ਹੈ, ਇਹਦੇ ਵਿੱਚ ਅਸੀਂ ਅਰਥਵਾਰਮ ਵਗੈਰਾ ਵੀ ਰਿਲੀਜ਼ ਕਰ ਦਿੰਦੇ ਹਾਂ। ਠੀਕ ਹੈ, ਉਹ ਜਿਹੜੇ ਮਿਨਰਲ ਨਿਊਟ੍ਰੀਐਂਟਸ ਉਹਨਾਂ ਤੋਂ ਵੀ ਮਿਲਦੇ ਆ। ਸੋ ਦਾ ਪ੍ਰੋਸੈਸ ਆਫ ਪ੍ਰੋਡਿਊਸਿੰਗ ਕੰਪੋਸਟ ਇਜ਼ ਕਾਲਡ ਦਾ ਕੰਪੋਸਟਿੰਗ। ਵੀ ਮੇ ਡਿਫਾਈਨ ਕੰਪੋਸਟਿੰਗ ਬਾਇਓਲੋਜੀਕਲ ਪ੍ਰੋਸੈਸ ਹੁੰਦਾ ਜਿਹਦੇ ਵਿੱਚ ਮਾਈਕਰੋਬਸ ਡੀਕੰਪੋਜ਼ਡ ਆਰਗੈਨਿਕ ਮੈਟਰ, ਜਿਹਦੇ ਵਿੱਚ ਮਾਈਕਰੋਬਸ ਹੁੰਦੇ, ਇਹਦੇ ਵਿੱਚ ਉਸ ਮਾਈਕਰੋਬਸ ਨੇ ਇਹਨੂੰ ਕੰਪੋਜ਼ ਕਰ ਦੇਣਾ। ਠੀਕ ਹੈ, ਅਤੇ ਇੱਕ ਮੈਨੂਅਰ ਸਾਡੇ ਕੋਲ ਤਿਆਰ ਹੋ ਜਾਂਦੀ ਹੈ। ਠੀਕ ਹੈ ਜੀ, ਖਾਦ ਕਹਿ ਲਓ। ਨੈਕਸਟ ਆਉਂਦੇ ਫਰਟੀਲਾਈਜ਼ਰਸ ਜਿਹੜੇ ਹੁੰਦੇ ਆ ਮੈਨ ਮੇਡ ਹੁੰਦੇ ਆ, ਫੈਕਟਰੀਜ਼ ਦੇ ਵਿੱਚ ਬਣਦੇ ਆ। ਠੀਕ ਹੈ, ਫਰਟੀਲਾਈਜ਼ਰਸ ਹਿਊਮਨ ਮੇਡ ਕਹਿ ਲਓ, ਮੈਨ ਮੇਡ ਕਹਿ ਲਓ, ਕੈਮੀਕਲ ਸਬਸਟਾਂਸ ਹੁੰਦੇ ਆ ਇਹਦੇ ਵਿੱਚ ਬਹੁਤ ਸਾਰੇ ਨਿਊਟ੍ਰੀਐਂਟਸ ਪ੍ਰੈਜੈਂਟ ਹੁੰਦੇ ਆ ਔਰ ਡਿਫਰੈਂਟ ਟਾਈਪ ਦੇ ਨਿਊਟ੍ਰੀਐਂਟਸ ਹੁੰਦੇ ਆ, ਜਿੱਦਾਂ ਕਿ ਨਾਈਟ੍ਰੋਜਨ, ਫਾਸਫਰਸ, ਠੀਕ ਹੈ, ਪੋਟਾਸ਼ੀਅਮ, ਇਹ ਸਾਰੇ ਜਿਹੜੇ ਆ ਇਹ ਨਿਊਟ੍ਰੀਐਂਟਸ ਇਹਦੇ ਵਿੱਚ ਪ੍ਰੈਜੈਂਟ ਹੁੰਦੇ। ਫਰਟੀਲਾਈਜ਼ਰਸ ਕਿਹੜਾ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ, ਇਹ ਸਾਰੇ ਨਿਊਟ੍ਰੀਐਂਟਸ ਕਿਹਦੇ ਵਿੱਚ ਹੁੰਦੇ ਆ, ਫਰਟੀਲਾਈਜ਼ਰਸ ਦੇ ਵਿੱਚ ਹੁੰਦੇ ਆ। ਤਾਂ ਫਰਟੀਲਾਈਜ਼ਰਸ ਪ੍ਰੋਡਿਊਸ ਕਿੱਥੇ ਹੁੰਦੇ ਆ, ਫਰਟੀਲਾਈਜ਼ਰ ਜਿਹੜੇ ਪ੍ਰੋਡਿਊਸ ਹੁੰਦੇ ਆ ਉਹ ਫੈਕਟਰੀਜ਼ ਦੇ ਵਿੱਚ ਹੁੰਦੇ ਆ। ਠੀਕ ਹੈ, ਔਰ ਦੈਨ ਇਹਦੇ ਵਿੱਚ ਹੋਰ ਫਰਟੀਲਾਈਜ਼ਰਸ ਜਿਹੜੇ ਵੈਸੇ ਐਗਜ਼ਾਮਪਲਸ ਦੇ ਤੌਰ 'ਤੇ ਤੁਸੀਂ ਕਰ ਸਕਦੇ ਹੋ, ਯੂਰੀਆ, ਅਮੋਨੀਅਮ ਸਲਫੇਟ, ਸੁਪਰ ਫਾਸਫੇਟ, ਅਮੋਨੀਅਮ ਫਾਸਫੇਟ, ਪੋਟਾਸ਼ ਐਂਡ ਨਾਈਟਰੋ ਫਾਸਫੇਟ, ਇਹ ਸਾਰੇ ਕੀ ਆ, ਫਰਟੀਲਾਈਜ਼ਰਸ ਆ। ਓਕੇ ਬੇਟਾ, ਫਰਟੀਲਾਈਜ਼ਰਸ ਜਿਹੜੇ ਹੁੰਦੇ ਆ ਸੋਲੂਬਲ ਇਨ ਵਾਟਰ ਹੁੰਦੇ ਆ, ਦੇ ਈਜ਼ੀਲੀ ਅਬਜ਼ੋਰਬਡ ਬਾਏ ਪਲਾਂਟਸ। ਠੀਕ ਹੈ, ਪਲਾਂਟਸ ਉਹਨੂੰ ਈਜ਼ੀਲੀ ਅਬਜ਼ੋਰਬ ਕਰ ਲੈਂਦਾ ਆ। ਠੀਕ ਹੈ, ਅਤੇ ਇਹਨਾਂ ਕਰੋਪ ਦੀ ਜਿਹੜੀ ਆ ਯੀਲਡ ਉਹ ਵੱਧ ਜਾਂਦੀ ਆ। ਠੀਕ ਹੈ, ਫਰਟੀਲਾਈਜ਼ਰਸ ਆਰ ਯੂਜ਼ਲੀ ਅਪਲਾਈਡ ਆਈਦਰ ਬਾਏ ਸਪਰੇਇੰਗ, ਜਾਂ ਤਾਂ ਇਹਨੂੰ ਅਸੀਂ ਸਪਰੇਅ ਰਾਹੀਂ ਪਲਾਂਟਸ ਦੇ ਉੱਪਰ ਸਪਰੇਅ ਕਰ ਸਕਦੇ ਹਾਂ। ਠੀਕ ਹੈ, ਜਾਂ ਫਿਰ ਔਰ ਥਰੂ ਇਰੀਗੇਸ਼ਨ ਕੈਨਾਲਸ, ਪਾਣੀ ਦੇ ਥਰੂ ਆਪਾਂ ਇਹਨੂੰ ਪਲਾਂਟਸ ਨੂੰ ਪ੍ਰੋਵਾਈਡ ਕਰ ਸਕਦੇ ਹਾਂ। ਹੁਣ ਐਡਵਾਂਟੇਜਿਸ ਕਰਾਂਗੇ ਅਸੀਂ, ਮੈਨੂਅਰ ਦੀਆਂ ਐਡਵਾਂਟੇਜਿਸ ਬਹੁਤ ਇੰਪੋਰਟੈਂਟ ਆ। ਇਹਦੇ ਵਿੱਚ ਆਰਗੈਨਿਕ ਮੈਨੂਅਰ ਜਿਹੜਾ ਕੰਸੀਡਰ
ਬੈਟਰ ਦੈਨ ਦਾ ਫਰਟੀਲਾਈਜ਼ਰਸ। ਠੀਕ ਹੈ, ਜਿਹੜੀ ਮੈਨੂਅਰ ਹੈ ਨਾ, ਮੈਨੂਅਰ ਤਾਂ ਇੱਕ ਉਹ ਚੀਜ਼ ਹੈ ਜਿਹੜੀ ਬੇਟਾ ਤੁਸੀਂ ਖੁਦ ਤਿਆਰ ਕਰਦੇ ਆ। ਠੀਕ ਹੈ, ਤੁਸੀਂ ਦੇਖਿਆ ਹੋਣਾ ਘਰਾਂ ਦੇ ਵਿੱਚ ਖੱਡਾਂ ਖੋਦ ਕੇ ਤਿਆਰ ਕੀਤੀ ਜਾਂਦੀ। ਔਰ ਫਰਟੀਲਾਈਜ਼ਰਸ ਜਿਹੜੇ ਆ ਇਹ ਫੈਕਟਰੀਜ਼ ਦੇ ਵਿੱਚ ਬਣਦੇ ਆ। ਠੀਕ ਹੈ, ਅਤੇ ਇਸ ਕਰਕੇ ਸਭ ਤੋਂ ਬੈਸਟ ਕਿਹੜੀ ਆ, ਸਭ ਤੋਂ ਬੈਸਟ ਜਿਹੜੀ ਉਹ ਮੈਨੂਅਰ ਆ। ਸੋ ਦਿਸ ਬਿਕੋਜ਼ ਇਟ ਇਨਹੈਂਸ, ਹੁਣ ਮੈਨੂਅਰਸ ਦੇ ਜਿਹੜੇ ਹੁਣ ਐਡਵਾਂਟੇਜਿਸ ਅਸੀਂ ਪੜ੍ਹਨੀ ਆ। ਠੀਕ ਹੈ, ਇਹਦੇ ਵਿੱਚ ਕੀ ਕਰਦਾ, ਇਨਹੈਂਸ ਦਾ ਵਾਟਰ ਹੋਲਡਿੰਗ ਕਪੈਸਿਟੀ ਆਫ ਸੋਇਲ ਦੀ ਜਿਹੜੀ ਵਾਟਰ ਹੋਲਡਿੰਗ ਕਪੈਸਿਟੀ ਉਹਨੂੰ ਵਧਾਉਂਦਾ ਆ। ਵਾਟਰ ਹੋਲਡਿੰਗ ਮੀਨਸ ਕਿੰਨਾ ਜ਼ਿਆਦਾ ਪਾਣੀ ਅਬਜ਼ੋਰਬ ਕਰ ਲੈਂਦੇ ਆ। ਮੇਕ ਦਾ ਸੋਇਲ ਪੋਰਸ, ਉਹਦੇ ਵਿੱਚ ਪੋਰਸ ਕ੍ਰੀਏਟ ਕਰ ਦਿੰਦਾ ਤਾਂ ਕਿ ਗੈਸਿਸ ਦੀ ਅਦਲਾ ਬਦਲੀ ਈਜ਼ਲੀ ਹੋ ਸਕੇ। ਇਨਕਰੀਜ਼ ਦਾ ਨੰਬਰ ਆਫ ਸੋਇਲ ਫਰੈਂਡਲੀ ਮਾਈਕਰੋਬਸ। ਠੀਕ ਹੈ, ਇੰਪਰੂਵ ਦਾ ਟੈਕਸਚਰ ਆਫ ਦਾ ਸੋਇਲ, ਐਡ ਹਿਊਮਸ ਟੂ ਦਾ ਸੋਇਲ। ਇਟ ਇਜ਼ ਨੋਟ ਐਕਸਪੈਂਸਿਵ, ਇਹ ਇੰਨੇ ਮਹਿੰਗੇ ਨਹੀਂ ਹੁੰਦੇ। ਮੈਨੂਅਰ ਜਿਹੜਾ ਹੁੰਦਾ ਆ ਇਹਨੂੰ ਅਸੀਂ ਕੈਨ ਵੀ ਈਜ਼ਲੀ ਪ੍ਰੀਪੇਅਰਡ ਇਨ ਦੀ ਹੋਮ, ਇਨ ਦੀ ਫਾਰਮ, ਵੇਸਟ ਮਟੀਰੀਅਲ ਤੋਂ ਅਸੀਂ ਇਹਨੂੰ ਪ੍ਰੀਪੇਅਰ ਕਰ ਸਕਦੇ ਹਾਂ। ਠੀਕ ਹੈ ਜੀ। ਸੋ ਹੋਰ ਇਹਦੇ ਵਿੱਚ ਬੇਟਾ ਲਾਸਟ ਹੈਗੀ, ਡਜ਼ ਨਾਟ ਕਾਜ਼, ਕੋਈ ਵਾਟਰ ਪੋਲਿਊਸ਼ਨ ਇਹ ਕਾਜ਼ ਨਹੀਂ ਕਰਦਾ। ਠੀਕ ਹੈ, ਸੋ ਫਰਟੀਲਾਈਜ਼ਰਸ ਐਂਡ ਮੈਨੂਅਰ ਇਹ ਦੋਨਾਂ ਦਾ ਡਿਫਰੈਂਸ ਬੇਟਾ ਇੰਪੋਰਟੈਂਟ ਆ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਹੁਣ ਡਿਸਐਡਵਾਂਟੇਜਿਸ ਤੁਸੀਂ ਇੱਕ ਪੜ੍ਹਨੀਆਂ ਆ। ਠੀਕ ਹੈ ਬੇਟਾ, ਕਿਹਦੀਆਂ, ਫਰਟੀਲਾਈਜ਼ਰਸ ਦੀਆਂ। ਹੁਣ ਮਾਡਰਨ ਐਗਰੀਕਲਚਰ ਡਿਪੈਂਡਸ ਗ੍ਰੇਟਲੀ ਔਨ ਕੈਮੀਕਲ ਫਰਟੀਲਾਈਜ਼ਰ। ਹੁਣ ਅੱਜ ਕੱਲ੍ਹ ਦੀ ਜਿਹੜੀ ਖੇਤੀ ਆ ਉਹ ਜ਼ਿਆਦਾਤਰ ਕੈਮੀਕਲਸ 'ਤੇ ਡਿਪੈਂਡ ਹੋ ਗਈ ਆ। ਠੀਕ ਹੈ, ਤੁਸੀਂ ਦੇਖਿਆ ਹੋਣਾ ਕਿ ਹਰੇਕ ਬੰਦਾ ਸੋਚਦਾ ਕਿ ਮੈਨੂੰ ਸਾਰੀ ਚੀਜ਼ ਮਿਲ ਜਾਵੇ, ਮੈਨੂੰ ਖੁਦ ਤਿਆਰ ਨਾ ਕਰਨਾ ਪਵੇ। ਠੀਕ ਹੈ, ਟਾਈਮ ਵੀ ਹੈ ਨਹੀਂ ਹੁੰਦਾ। ਸੋ ਐਕਸੈਸਿਵ ਯੂਜ਼ ਆਫ ਫਰਟੀਲਾਈਜ਼ਰਸ ਇਨਕਰੀਜ਼ ਦਾ ਕ੍ਰੋਪ ਯੀਲਡ। ਜੇ ਜ਼ਿਆਦਾ ਅਸੀਂ ਫਰਟੀਲਾਈਜ਼ਰਸ ਨੂੰ ਯੂਜ਼ ਕਰਦੇ ਹਾਂ, ਠੀਕ ਹੈ, ਤਾਂ ਜਿਹੜੀ ਆ ਕ੍ਰੋਪ ਦੀ ਯੀਲਡ ਵੱਧ ਜਾਂਦੀ ਆ। ਬਟ ਵੈਨ ਦਾ ਫਰਟੀਲਾਈਜ਼ਰਸ ਗੈਟ ਵਾਸ਼ਡ ਆਫ ਥਰੂ ਇਰੀਗੇਸ਼ਨ ਐਂਡ ਰੇਨਫਾਲ, ਦੇ ਰੀਚ ਦ ਵਾਟਰ ਬੋਡੀਜ਼ ਲਾਈਕ ਰਿਵਰਸ ਐਂਡ ਲੇਕਸ। ਸੋ ਜੇਕਰ ਜ਼ਿਆਦਾ ਇਹਨੂੰ ਅਸੀਂ ਯੂਜ਼ ਕਰਦੇ ਹਾਂ, ਜਦੋਂ ਮੀਂਹ ਪੈਂਦਾ ਹੈ, ਮੀਂਹ ਦੇ ਪਾਣੀ ਵਿੱਚ ਰੁੜ ਕੇ ਲੇਕਸ ਵਗੈਰਾ, ਪੌਂਡਸ ਵਗੈਰਾ ਉੱਥੇ ਚੱਲ ਜਾਂਦਾ ਉਹ ਪਾਣੀ। ਅਤੇ ਹੁਣ ਉਹ ਕੈਮੀਕਲਸ ਜਿਹੜੇ ਉਹ ਲੇਕਸ ਅਤੇ ਪੌਂਡਸ ਦੇ ਵਿੱਚ ਜਿਹੜੇ ਛੋਟੇ ਛੋਟੇ ਜੀਵ ਜੰਤੂ ਹੁੰਦੇ ਆ, ਫਿਸ਼ਿਜ਼ ਵਗੈਰਾ, ਉਹ ਉਹਨੂੰ ਖਾ ਕੇ ਕੀ ਹੋ ਜਾਂਦੀਆਂ, ਉਹ ਡੈੱਡ ਵੀ ਹੋ ਸਕਦੀਆਂ। ਅਤੇ ਇਹਨਾਂ ਜਿਹੜਾ ਵਾਟਰ ਇੱਕ ਵਾਟਰ ਪੋਲਿਊਸ਼ਨ ਵੀ ਹੋ ਸਕਦਾ ਹੈ। ਦਾ ਪੋਲਿਊਟਡ ਵਾਟਰ ਇਜ਼ ਅਨਫਿਟ ਹਿਊਮਨ ਕੰਜ਼ਪਸ਼ਨ। ਦਿਸ kills the aquatic animals such as fishes ਨੂੰ ਮਾਰ ਦਿੰਦਾ ਹੈ। ਫਰਟੀਲਾਈਜ਼ਰਸ ਆਰ ਨੋਨ ਬਾਇਓਡੀਗ੍ਰੇਡੇਬਲ ਮਤਲਬ ਇੱਕ ਬਾਇਓਡੀਗ੍ਰੇਡੇਬਲ ਹੁੰਦਾ, ਇੱਕ ਨੋਨ ਬਾਇਓ ਮਤਲਬ ਜਿਹੜੇ ਕਿ ਈਜ਼ਲੀ ਡੀਕੰਪੋਜ਼ ਨਹੀਂ ਹੁੰਦੇ, ਜਿੱਦਾਂ ਪਲਾਸਟਿਕ ਹੋ ਗਿਆ, ਕੈਮੀਕਲਸ ਹੋ ਗਏ, ਈਜ਼ਲੀ ਡੀਕੰਪੋਜ਼ ਨਹੀਂ ਹੁੰਦੇ। ਬਾਇਓਡੀਗ੍ਰੇਡੇਬਲ ਜਿਹੜੇ ਈਜ਼ਲੀ ਡੀਕੰਪੋਜ਼ ਹੋ ਜਾਂਦੇ ਆ। ਸੋ ਇਸ ਕਰਕੇ ਫਰਟੀਲਾਈਜ਼ਰਸ ਕੀ ਕਾਜ਼ ਕਰਦੇ ਆ, ਵਾਟਰ ਪੋਲਿਊਸ਼ਨ ਵੀ ਕਾਜ਼ ਕਰਦੇ ਆ ਅਤੇ ਸੋਇਲ ਪੋਲਿਊਸ਼ਨ ਵੀ ਕਾਜ਼ ਕਰਦੇ ਆ। ਠੀਕ ਹੈ, ਦੋਨੇ ਚੀਜ਼ਾਂ ਕਰਦੇ ਆ। So to maintain the fertility of soil, excessive use of fertilizer should be avoided and use of manure should be promoted. ਇਸ ਕਰਕੇ ਕਹਿੰਦਾ ਸਾਨੂੰ ਸੋਇਲ ਦੀ ਫਰਟੀਲਿਟੀ ਨੂੰ ਮੇਨਟੇਨ ਕਰਨ ਵਾਸਤੇ ਐਕਸੈਸਿਵ ਯੂਜ਼ ਆਫ ਫਰਟੀਲਾਈਜ਼ਰਸ ਕਰਨੇ ਚਾਹੀਦੇ ਆ ਅਤੇ ਐਕਸੈਸਿਵ ਯੂਜ਼ ਆਫ ਫਰਟੀਲਾਈਜ਼ਰਸ ਨੂੰ ਅਵੋਇਡ ਕਰਨਾ ਚਾਹੀਦਾ। ਸੌਰੀ, ਮੈਂ ਗਲਤ ਬੋਲ ਗਿਆ। ਇਹਦੇ ਵਿੱਚ ਇਹ ਕਹਿਣਾ ਕਿ ਤੁਸੀਂ ਕਹਿੰਦਾ ਜੇ ਤੁਸੀਂ ਮੇਨਟੇਨ ਕਰਨਾ, ਸੋਇਲ ਦੀ ਫਰਟੀਲਿਟੀ ਨੂੰ ਵਧਾਉਣਾ, ਮੇਨਟੇਨ ਰੱਖਣਾ ਆ, ਅਤੇ ਐਕਸੈਸਿਵ ਯੂਜ਼ ਆਫ ਫਰਟੀਲਾਈਜ਼ਰ ਸ਼ੁੱਡ ਬੀ ਅਵੋਇਡਡ। ਸਾਨੂੰ ਜ਼ਿਆਦਾ ਫਰਟੀਲਾਈਜ਼ਰ ਨਹੀਂ ਯੂਜ਼ ਕਰਨੇ ਚਾਹੀਦੇ। ਐਂਡ ਯੂਜ਼ ਆਫ ਮੈਨੂਅਰ ਸ਼ੁੱਡ ਬੀ ਪ੍ਰਮੋਟਡ। ਸਾਨੂੰ ਵੱਧ ਤੋਂ ਵੱਧ ਕਿਹੜੀ ਚੀਜ਼ ਪ੍ਰਮੋਟ ਕਰਨੀ ਚਾਹੀਦੀ, ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਕਿ ਸਾਨੂੰ ਮੈਨੂਅਰਸ ਜਿਹੜੇ ਆ ਉਹ ਖਾਦਾਂ ਵਗੈਰਾ ਜਿਹੜੀਆਂ ਘਰ ਵਿੱਚ ਤਿਆਰ ਕੀਤੀਆਂ ਜਾਂਦੀਆਂ ਉਹ ਆਪਣੇ ਪਲਾਂਟਸ ਵਾਸਤੇ ਵਰਤੋ। ਤੁਸੀਂ ਵੀ ਸਾਰੇ ਆਪਣੇ ਆਲੇ ਦੁਆਲੇ ਇਹ ਚੀਜ਼ਾਂ ਦੱਸ ਸਕਦੇ ਹੋ। ਠੀਕ ਹੈ, ਦੈਨ ਅੱਗੇ ਪ੍ਰੈਕਟਿਸਿਸ ਆ ਜਾਂਦੀ ਹੈ ਬੇਟਾ ਤੁਹਾਡੀ ਇਰੀਗੇਸ਼ਨ ਦਾ ਮਤਲਬ ਤੁਸੀਂ ਫਸਲ ਨੂੰ ਪਾਣੀ ਕਿੰਨਾ ਦੇ ਰਹੇ ਹੋ, ਉਹਨੂੰ ਇਰੀਗੇਸ਼ਨ ਕਹਿੰਦੇ ਆ। ਇਰੀਗੇਸ਼ਨ ਇੱਕ ਇੰਪੋਰਟੈਂਟ ਆਫ ਸਰਵਾਈਵਲ ਆਫ ਪਲਾਂਟਸ ਬਿਕੋਜ਼ ਆਫ ਦਾ ਫੋਲੋਇੰਗ ਰੀਜ਼ਨ। ਵਾਟਰ ਇਜ਼ ਇੰਪੋਰਟੈਂਟ ਫਾਰ ਦਾ ਪ੍ਰੋਪਰ ਗਰੋਥ ਐਂਡ ਡਿਵੈਲਪਮੈਂਟ ਆਫ ਫਲਾਵਰਸ, ਫਰੂਟਸ ਐਂਡ ਸੀਡਸ ਆਫ ਪਲਾਂਟ। ਵਾਟਰ ਇਜ਼ ਅਬਜ਼ੋਰਬਡ ਬਾਈ ਰੂਟਸ ਅਲੋਂਗ ਵਿਦ ਵਾਟਰ, ਮਿਨਰਲਸ ਐਂਡ ਫਰਟੀਲਾਈਜ਼ਰਸ ਆਰ ਆਲਸੋ ਅਬਜ਼ੋਰਬਡ। ਠੀਕ ਹੈ, ਤੁਹਾਨੂੰ ਪਤਾ ਇੱਕ ਪਾਣੀ ਇੱਕ ਬਹੁਤ ਹੀ ਇੰਪੋਰਟੈਂਟ ਆ ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਪਾਰਟ ਆ ਪਲਾਂਟਸ ਦੀ ਗਰੋਥ ਵਾਸਤੇ। ਠੀਕ ਹੈ, ਪਲਾਂਟਸ ਜਿਹੜੇ ਅਬਜ਼ੋਰਬ ਕਰਦੇ ਆ ਵਾਟਰ ਨੂੰ ਕਿਹਦੇ ਰਾਹੀਂ, ਰੂਟਸ ਰਾਹੀਂ, ਮਿਨਰਲਸ ਵੀ ਉਸੇ ਰਾਹੀਂ ਅਬਜ਼ੋਰਬ ਹੁੰਦੇ ਆ। ਠੀਕ ਹੈ, ਵਾਟਰ ਇਜ਼ ਅਸੈਂਸ਼ੀਅਲ ਫਾਰ ਜਰਮੀਨੇਸ਼ਨ ਆਫ ਸੀਡ। ਹੁਣ ਕੋਈ ਬੀਜ ਤੁਸੀਂ ਘਰ ਵਿੱਚ ਬੀਜਦੇ ਹਾਂ, ਅਸੀਂ ਉਹਨੂੰ ਬੀਜ ਨੂੰ ਬੀਜ ਕੇ ਬਾਅਦ ਵਿੱਚ ਕੀ ਕਰਦੇ ਹਾਂ, ਪਾਣੀ ਲਗਾਉਂਦੇ ਹਾਂ। ਠੀਕ ਹੈ, ਤਾਂ ਕਿ ਉਹ ਗਰੋ ਕਰ ਸਕੇ। ਫਿਰ ਫੋਟੋਸਿੰਥੇਸਿਸ ਵਾਸਤੇ ਵੀ ਪਾਣੀ ਜਿਹੜਾ ਉਹ ਇੰਪੋਰਟੈਂਟ ਆ, ਫੂਡ ਪਾਉਂਦਾ ਆ। ਠੀਕ ਹੈ, ਫਿਰ ਵਾਟਰ ਆਲਸੋ ਪ੍ਰੋਟੈਕਟਸ ਦਾ ਕ੍ਰੌਪ ਫਰੋਮ ਬੋਥ ਫਰੋਸਟ ਐਂਡ ਹੌਟ ਏਅਰ ਕਰੰਟਸ। ਠੀਕ ਹੈ, ਸਪਲਾਈ ਆਫ ਵਾਟਰ ਟੂ ਕ੍ਰੌਪਸ ਐਟ ਰੈਗੂਲਰ ਇੰਟਰਵਲਸ ਇਜ਼ ਅਸੈਂਸ਼ੀਅਲ ਫਾਰ ਕ੍ਰੌਪ ਪ੍ਰੋਡਕਸ਼ਨ। ਠੀਕ ਹੈ, ਸੋ ਸਪਲਾਈ ਆਫ ਵਾਟਰ ਟੂ ਕ੍ਰੌਪਸ ਹਰੇਕ ਥੋੜ੍ਹੀ ਦੇਰ, ਜਿੱਦਾਂ ਸਵੇਰੇ ਅਸੀਂ ਆਪਣੇ ਘਰ ਵਿੱਚ ਬੂਟਿਆਂ ਨੂੰ ਪਾਣੀ ਦਿੰਦੇ ਹਾਂ, ਸ਼ਾਮ ਨੂੰ ਦਿੰਦੇ ਹਾਂ, ਦੁਪਹਿਰ ਨੂੰ ਦਿੰਦੇ ਹਾਂ,
ठीक है। सो सानू इहदा रेनफॉल एक जिहड़ा मेन सोर्स आ पानी का वो रेनफॉल भी हुंदा है जिहड़ा असी फसलों को पानी दे सकते हैं। सिंस वी कैन नॉट प्ले डिपेंड ऑन रेनफॉल, असी ये भी नहीं हो सकता कि रेनफॉल से डिपेंड करिए क्योंकि कुछ साडे जिहड़ी अपने इंडिया दे विच कुछ इदां दे स्टेट है जिथे सोका पिया हुंदा है, बारिश नहीं होंदी, गर्मी ज़्यादा होंदी है। सो पानी एक बहुत इंपॉर्टेंट चीज़ है जिहड़ी कि फसलों को देनी बनती है। सो इट एसेंशियल फॉर दैट फार्मर शुड हैव देयर वेज फॉर सप्लाइंग वाटर टू ग्रो। फार्मर्स नूं खुद ब खुद कोई ना कोई तरीका लभना पैंदा है कि फसलों को पानी दिता जाए। सप्लाई ऑफ वाटर टू क्रॉप्स प्लांट्स एट रेगुलर इंटरवल्स थ्रू सोर्सिस अदर दैन द रेन इज़ कॉल्ड इरीगेशन, ठीक है। रेन तो इलावा एक तो मीह पैंदा नैचुरली चीज़ आ, रेन तो इलावा जे तुसीं किसी होर तरीके नाल पानी दे रहे हैं फसल नूं, ठीक है, उन्होंने असीं बोलांगे इरीगेशन बोलांगे। टाइम एंड फ्रीकुएंसी ऑफ इरीगेशन डिपेंड्स ऑन द फॉलोइंग 3 फैक्टर्स। सानूं हुण इरीगेशन किस हिसाब नाल देनी चाहिए है, जिद्दां हुण नेचर ऑफ क्रॉप प्लांट्स, हुण आलू आ, आलू तुसीं बीजदे ने इहदा मतलब थोड़ी उन्होंने रोज़ ही पानी देई जाना, ठीक है ना, वो तो गल जाणगे। इदां ही नेचर ऑफ सॉइल, सानूं उत्थे दी सॉइल का पता होना चाहिए वो किद्दां दी है, कितना पानी अब्जॉर्व कर सकती है। जे पानी ज़्यादा अब्जॉर्व करदी उन्होंने असीं घੱਟ पानी प्रोवाइड करांगे, जे अब्जॉर्व करदी ही नहीं हो फिर असीं उन्हें ज़्यादा पानी प्रोवाइड करांगे। सीजनस वैन क्रॉप ग्रोज, ठीक है। सो लेट अस स्टडी ओवर द फैक्ट एंड डेटा। क्रॉप बेस्ड एक क्रॉप बेस्ड इरीगेशन होंदी है। सम क्रॉप प्लांट्स रिक्वायर मोर वाटर एंड वाइल अदर्स एंड लैस वाटर। कुछ क्रॉप प्लांट्स जिहड़े ज़्यादा पानी चाहते होंगे, कुछ घੱਟ चाहिए। फॉर एग्जाम्पल जिदा राइस, चौलां, जीरी लगाने तुसीं, जीरी कह लो ਜਾਂ ਝੋਨਾ कह लो, उन्होंने सानू पानी ज़्यादा देना पैंदा है, ठीक है, ताकि वो च पानी खड़ा रहे खेत दे विच। ओके, दूजे नंबर पर आ जांदा सॉइल बेस्ड। सॉइल बेस्ड दे विच की हुंदा, इरीगेशन आलसो डिपेंड ऑन नेचर ऑफ सॉइल। सॉइल की नेचर किदां दी है, इन विच क्रॉप इज़ ग्रोन। सैंडी सॉइल नीड्स मोर फ्रीकुएंट इरीगेशन। ਜਿਹੜੇ ਹੁਣ ਜਿਹੜੀ ਜਿੱਥੇ ਦੀ ਮਿੱਟੀ ਰੇਤਲੀ ਆ ਉਹਨੂੰ ਸਾਨੂੰ ਪਾਣੀ ਜ਼ਿਆਦਾ ਪ੍ਰੋਵਾਈਡ ਕਰਨਾ ਚਾਹੀਦਾ ਕਿਉਂਕਿ ਉਹਦੀ ਵਾਟਰ ਰਿਟੈਂਸ਼ਨ ਕਪੈਸਿਟੀ ਜਿਹੜੀ ਘੱਟ ਆ, ਉਹ ਪਾਣੀ ਨੂੰ ਘੱਟ ਅਬਜ਼ੋਰਬ ਕਰਕੇ ਰੱਖਦੀ ਆ। ਕਲੇ ਸੋਇਲ ਜਿਹੜੀ ਆ ਉਹ ਨੀਡ ਲੈਸ ਫਰੀਕੁਐਂਟ ਇਰੀਗੇਸ਼ਨ। ਕਲੇ ਚੀਕਨੀ ਮਿੱਟੀ ਉਹਨੂੰ ਪਾਣੀ ਘੱਟ ਚਾਹੀਦਾ ਹੁੰਦਾ ਡਿਊ ਟੂ ਗੁੱਡ ਵਾਟਰ, ਉਹਦੀ ਵਾਟਰ ਰਿਟੈਂਸ਼ਨ ਕਪੈਸਿਟੀ ਗੁੱਡ ਆ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, 1 ਮਾਰਕਸ ਦਾ ਕੁਐਸਚਨ ਆ ਬੇਟਾ। ਸੈਂਡੀ ਸੋਇਲ ਜਿਹੜਾ ਉਹਦੀ ਵਾਟਰ ਰਿਟੈਂਸ਼ਨ ਕਪੈਸਿਟੀ ਜਿਹੜੀ ਹੁੰਦੀ ਆ ਉਹ ਘੱਟ, ਪੂਅਰ ਹੁੰਦੀ ਆ ਜਿਹਨੂੰ ਕਹਿੰਦੇ ਆ, ਅਤੇ ਕਲੇ ਸੋਇਲ ਦੀ ਜਿਹੜੀ ਵਾਟਰ ਰਿਟੈਂਸ਼ਨ ਕਪੈਸਿਟੀ ਗੁੱਡ ਹੁੰਦੀ ਆ। ਇਸ ਕਰਕੇ ਅਸੀਂ ਉਸ ਖੇਤ ਨੂੰ ਜਿੱਥੇ ਚੀਕਨੀ ਮਿੱਟੀ ਹੁੰਦੀ ਆ ਅਸੀਂ ਉਸ ਨੂੰ ਪਾਣੀ ਵੀ ਘੱਟ ਦਿੰਦੇ ਹਾਂ। ਅੱਗੇ ਸੀਜ਼ਨ ਬੇਸਡ ਇਰੀਗੇਸ਼ਨ ਹੁੰਦੀ ਹੈ ਬੇਟਾ। ਦ ਰੇਟ ਆਫ ਇਵੈਪੋਰੇਸ਼ਨ ਆਫ ਵਾਟਰ ਫਰੋਮ ਦ ਸੋਇਲ ਐਂਡ ਲੀਵਸ ਇਨਕਰੀਜ਼ਿਜ਼ ਇਨ ਸਮਰ, ਸੋ ਦ ਫਰੀਕੁਐਂਸੀ ਆਫ ਇਰੀਗੇਸ਼ਨ ਹੈਜ਼ ਟੂ ਬੀ ਇਨਕਰੀਜ਼, ਠੀਕ ਹੈ। ਇਵੈਪੋਰੇਸ਼ਨ ਜਿਹੜਾ ਉਹ ਵੱਧ ਜਾਂਦੀ ਹੈ ਸੋਇਲ ਦੀ, ਐਂਡ ਜਿਹੜੇ ਲੀਵਸ ਉਹ ਵੀ ਗਰੋ ਕਰ ਜਾਂਦੇ ਆ ਸਮਰਸ ਦੇ ਵਿੱਚ। ਸੋਰਸਿਸ ਕੀ ਹੁੰਦੇ ਇਰੀਗੇਸ਼ਨ ਦੇ, ਤੁਹਾਨੂੰ ਪਤਾ ਹੀ ਆ, ਵੈਲਸ, ਪੌਂਡ, ਲੇਕਸ, ਰਿਵਰ, ਡੈਮਸ, ਟੈਂਕਸ, ਇਹ ਸਾਰੇ ਕੈਨਾਲਸ, ਇਹ ਸਾਰੇ ਕੀ ਆ ਸੋਰਸਿਸ ਆ ਇਰੀਗੇਸ਼ਨ ਦੇ। ਟਰਡੀਸ਼ਨਲ ਮੈਥਡ ਕੀ ਆ ਇਰੀਗੇਸ਼ਨ ਦਾ? ਟਰਡੀਸ਼ਨਲ ਮੈਥਡ ਇਹ ਆ, ਦਾ ਵਾਟਰ ਅਵੇਲੇਬਲ ਇਨ ਦਾ ਵੈਲਸ, ਲੇਕਸ, ਕੈਨਾਲਸ ਇਜ਼ ਲਿਫਟਡ ਅਪ ਬਾਈ ਡਿਫਰੈਂਟ ਮੈਥਡ ਫਾਰ ਇਰੀਗੇਸ਼ਨ। ਹੁਣ ਟਰਡੀਸ਼ਨਲ ਮੈਥਡ ਹੈ ਜਿੱਦਾਂ ਕਿ ਹੁਣ ਆ ਖੂਹ ਵਿੱਚੋਂ ਪਾਣੀ ਕੱਢ ਰਹੇ ਅਸੀਂ, ਚੇਨ ਪੰਪ ਲਗਾਇਆ ਹੋਇਆ, ਡੇਕਲੀ ਲਗਾਈ ਹੋਈ ਆ। ਸੋ ਇਹ ਸਾਰੇ ਆਪਾਂ ਇੱਕ ਵੀਲ ਨਾਲ ਅਸੀਂ ਜਾਨਵਰ ਜਿਹੜੇ ਗਾਂ ਵਗੈਰਾ ਉਹਨਾਂ ਬਲਦ ਬੰਨ੍ਹਣਗੇ, ਉਹ ਮੂਵ ਕਰਦਾ ਆ, ਉਹਦੇ ਆਲੇ ਦੁਆਲੇ ਪਾਣੀ ਬਾਹਰ ਨਿਕਲਦਾ। ਸੋ ਇਹ ਸਾਰੇ ਡਿਫਰੈਂਟ ਮੈਥਡਸ ਹੁੰਦੇ ਆ ਜਿਹਨਾਂ ਅਸੀਂ ਪਾਣੀ ਨੂੰ ਕੱਢ ਸਕਦੇ ਹਾਂ, ਠੀਕ ਹੈ। ਮੋਡਰਨ ਮੈਥਡ ਦੇ ਵਿੱਚ ਆ ਜਾਂਦਾ ਬੇਟਾ, ਅੱਜ ਕੱਲ੍ਹ ਜੋ ਚੱਲ ਰਿਹਾ ਮੋਡਰਨ ਟੈਕਨੀਕਸ ਜਿਹੜੀਆਂ ਹੈਗੀਆਂ, ਡਰਿਪ ਸਿਸਟਮ ਅਤੇ ਸਪ੍ਰਿੰਕਲਰ ਸਿਸਟਮ। ਡਰਿਪ ਸਿਸਟਮ ਤੁਹਾਨੂੰ ਪਤਾ ਹੀ ਆ, ਪਾਈਪ, ਇੱਕ ਪਾਈਪ ਜਿੱਦਾਂ ਹੁਣ ਆਹ ਖੇਤ ਆ, ਠੀਕ ਹੈ, ਇਹਦੇ ਵਿੱਚ ਮੈਂ ਪਾਈਪ ਫਿੱਟ ਕਰ ਦਿੱਤੀਆਂ ਇੱਦਾਂ, ਠੀਕ ਹੈ। ਹੁਣ ਇਹ ਪਾਈਪ ਦੇ ਛੇਕ ਉੱਥੇ ਉੱਥੇ ਆ ਜਿੱਥੇ ਜਿੱਥੇ ਆ ਗਰੋ ਕੀਤਾ ਹੋਇਆ, ਇੱਥੇ ਇੱਥੇ ਪਲਾਂਟਸ ਗਰੋ ਹੋਏ ਹੋਏ ਆ। ਸੋ ਇਹਨਾਂ ਨੇ ਇਹਨਾਂ ਪਾਣੀ ਦੀ ਵੇਸਟੇਜ ਵੀ ਨਹੀਂ ਹੋਊਗੀ ਅਤੇ ਪਾਣੀ ਜਿਹੜਾ ਅਸੀਂ ਈਜ਼ੀਲੀ ਆਪਾਂ ਕਰ ਸਕਦੇ ਹਾਂ। ਵਾਟਰ ਇਜ਼ ਨਾਟ ਵੇਸਟਡ ਐਟ ਆਲ, ਇਹਦੇ ਵਿੱਚ ਪਾਣੀ ਜਿਹੜਾ ਵੇਸਟ ਨਹੀਂ ਹੁੰਦਾ। ਇਟ ਇਜ਼ ਅ ਬੂਨ ਇਨ ਦ ਰੀਜਨਸ ਵੇਅਰ ਲੈਸ ਵਾਟਰ ਇਜ਼ ਅਵੇਲੇਬਲ। ਇਹ ਉੱਥੇ ਯੂਜ਼ ਕੀਤਾ ਜਾਂਦਾ ਪਾਣੀ ਦੀ ਮਾਤਰਾ ਬਹੁਤ ਘੱਟ ਪਾਈ ਜਾਂਦੀ ਆ, ਠੀਕ ਹੈ, ਉੱਥੇ ਇੱਦਾਂ ਦਾ ਡਰਿਪ ਸਿਸਟਮ ਯੂਜ਼ ਕੀਤਾ। ਇੱਕ ਸਪ੍ਰਿੰਕਲਰ ਸਿਸਟਮ ਹੁੰਦਾ ਸੈਂਟਰ ਦੇ ਵਿੱਚ, ਕੋਈ ਵੀ ਖੇਤ ਹੁੰਦਾ ਸੈਂਟਰ ਦੇ ਵਿੱਚ ਅਸੀਂ ਉਹ ਘੁੰਮਣ ਵਾਲਾ ਸਪ੍ਰਿੰਕਲਰ ਸਿਸਟਮ ਹੁੰਦਾ, ਉਹ ਲਗਾ ਦਿੰਦੇ। ਉਹਨਾਂ ਜਿਹੜੀ ਉਹ ਘੁੰਮਦਾ ਰਹਿੰਦਾ ਅਤੇ ਪਾਣੀ ਜਿਹੜਾ ਇੱਦਾਂ ਸਾਰੇ ਪਾਸੇ ਸਰਾਊਂਡ ਫੈਲਦਾ ਰਹਿੰਦਾ, ਠੀਕ ਹੈ। ਇਹਦੇ ਵਿੱਚ ਦਾ ਸਪ੍ਰਿੰਕਲਰਸ ਆਰ ਜੁਆਇੰਟ ਟੂ ਮੇਨ ਪਾਈਪਲਾਈਨ ਐਟ ਰੈਗੂਲਰ ਇੰਟਰਵਲਸ। Pumps are fitted in this system on for lifting water. When the pump is switched on, the water is lifted up and allow flow main pipe under the pressure। ਇਹਨਾਂ ਕੀ ਹੁੰਦਾ, ਆ ਦੇਖੋ ਆਹ ਸਿਸਟਮ ਲੱਗਾ ਹੋਇਆ ਹੈ,
ਇਹਨਾਂ ਵੀ ਅਸੀਂ ਜਿਹੜਾ ਪਾਣੀ ਉਹ ਸਪਰੈਡ ਕਰ ਸਕਦੇ। ਸੋ ਡੂਰਿੰਗ ਇਰੀਗੇਸ਼ਨ ਇਟ ਇਜ਼ ਨੈਸੈਸਰੀ ਟੂ ਇੰਸ਼ੋਰ ਦੈਟ ਪ੍ਰੋਪਰ ਅਵੇਲੇਬਿਲਿਟੀ ਆਫ ਵਾਟਰ ਵਿਦ ਐਡਿਕੁਏਟ ਡਰੇਨੇਜ ਇਨ irrigate field। Excessive irrigation causes water lodging. Due to water lodging, the air in the soil get replaced with water that reduce the supply of air to। ਹੁਣ ਜੇ ਸਪੋਜ਼ ਕਰ ਲਓ ਜ਼ਿਆਦਾ ਵੀ ਅਸੀਂ ਕਹਿੰਦੇ ਪਾਣੀ ਖੜਾ ਕਰ ਦਿੱਤਾ ਖੇਤ ਦੇ ਵਿੱਚ, ਅਤੇ ਉਹਨਾਂ ਕੀ ਹੋਣਾ, ਹਵਾ ਰੁਕ ਜਾਊਗੀ, ਠੀਕ ਹੈ। ਪਾਣੀ ਨੇ ਸਾਰਾ ਕੁਛ ਕਵਰ ਕਰ ਲੈਣਾ ਖੇਤ ਨੂੰ, ਹਵਾ ਰੁਕ ਜੂਗੀ, ਉਹ ਪਲਾਂਟਸ ਦੀਆਂ ਜੜ੍ਹਾਂ ਨੂੰ ਹਵਾ ਨਹੀਂ ਮਿਲਣੀ। ਸੋ ਜ਼ਿਆਦਾ ਵੀ ਨੁਕਸਾਨ ਆ ਅਤੇ ਘੱਟ ਵੀ ਨੁਕਸਾਨ ਆ, ਠੀਕ ਹੈ ਜੀ। ਨੈਕਸਟ ਆਉਂਦਾ ਕਰੋਪ ਦੀ ਪ੍ਰੋਟੈਕਸ਼ਨ ਕਰਨਾ ਵੇ। ਕਰੋਪ ਪ੍ਰੋਟੈਕਸ਼ਨ ਫਰੋਮ ਵੀਡਸ, ਅਨਵਾਂਟਡ ਪਲਾਂਟਸ ਜਿਹੜੇ ਗਰੋ ਕਰ ਜਾਂਦੇ ਆ ਇੱਕ ਕਿਸੇ ਵੀ ਖੇਤ ਦੇ ਵਿੱਚ, ਕੋਈ ਮੱਕੀ ਬੀਜੀ, ਕੁਛ ਵੀ ਬੀਜਿਆ, ਉਹਦੇ ਵਿੱਚ ਅਨਵਾਂਟਡ ਪਲਾਂਟਸ ਜਿਹੜੇ ਹੁੰਦੇ ਉਹਨਾਂ ਨੂੰ ਵੀਡਸ ਬੋਲਦੇ ਹਾਂ ਅਸੀਂ। ਕੋਈ ਕਿਹੜੇ ਵੀਡਸ ਪਾਏ ਜਾਂਦੇ ਤੁਹਾਨੂੰ ਪਤਾ, ਅਮਰੈਂਥਸ, ਚੌਲਾਈ ਜਿਹਨੂੰ ਕਹਿੰਦੇ ਆ, ਚੀਨੋਪੋਡੀਅਮ, ਬਾਥੂ, ਠੀਕ ਹੈ। ਸੋ ਵੀਡ ਜਿਹੜੇ ਹਾਰਮ ਕਰਦੇ ਆ ਕ੍ਰੋਪਸ ਨੂੰ, ਜਿੱਦਾਂ ਗਰੋਥ ਆਫ ਵੀਡਸ ਇਨ ਦਾ ਕ੍ਰੋਪ ਹਾਰਮਫੁਲ ਬਿਕੋਜ਼ ਦੇ ਕੰਜ਼ਿਊਮ ਏ ਗ੍ਰੇਟ ਅਮਾਊਂਟ ਆਫ ਨਿਊਟਰੀਐਂਟਸ ਵਾਟਰ। ਕਿਉਂਕਿ ਉਹ ਜਿਹੜੇ ਵੀਡ ਜਿਹੜੇ ਅਨਵਾਂਟਡ ਪਲਾਂਟਸ ਹੁੰਦੇ, ਸਾਰੀ ਨਿਊਟਰੀਐਂਟਸ ਤਾਂ ਫਿਰ ਉਹਨਾਂ ਨੇ ਲੈ ਲੈਣੀ। ਜੇ ਉਹਨਾਂ ਨੇ ਨਿਊਟਰੀਐਂਟਸ ਲੈ ਲਈ ਤਾਂ ਜਿਹੜੀ ਅਸੀਂ ਫਸਲ ਬੀਜੀ ਆ ਉਹਨੂੰ ਕੀ ਮਿਲਣਾ, ਕੁਛ ਵੀ ਨਹੀਂ। ਸੋ ਵੀਡਸ ਜਿਹੜੇ ਹਾਰਬਰ ਪੈਸਟ ਹਾਰਮਫੁਲ ਇਨਸੈਕਟਸ ਦੇ ਡਿਸਟਰੋਏ ਦਾ ਕ੍ਰੋਪ। ਕੁਝ ਵੀ ਤਾਂ ਇੱਦਾਂ ਦੇ ਹੁੰਦੇ ਉਹਨੂੰ ਪੈਸਟ ਖਾਂਦੇ ਹੁੰਦੇ, ਉਹੀ ਪੈਸਟ ਜਿਹੜੇ ਆ ਉਹ ਫਸਲ ਨੂੰ ਵੀ ਖਾਣ ਲੱਗ ਜਾਂਦੇ, ਠੀਕ ਹੈ। ਕੀਟਾਣੂ ਜਿਹੜੇ ਹੁੰਦੇ ਆ। ਸਮ ਵੀਡਸ ਪ੍ਰੋਡਿਊਸ ਟੌਕਸਿਕ ਸਬਸਟੈਂਸ ਪ੍ਰੋਡਿਊਸ ਕਰਦੇ ਆ ਜਿਹੜੇ ਕਿ ਪੋਇਜ਼ਨਸ ਹੁੰਦੇ ਫਾਰ ਐਨੀਮਲਸ ਐਂਡ ਹਿਊਮਨ ਬੀਂਗਸ ਦੇ ਵਾਸਤੇ। ਸੋ ਇਟ ਇਜ਼ ਨੈਸੈਸਰੀ ਟੂ ਰਿਮੂਵ ਦਾ ਵੀਡਸ ਟੂ ਪ੍ਰੋਟੈਕਟ ਦਾ ਕ੍ਰੋਪ। ਇਸ ਕਰਕੇ ਸਾਨੂੰ ਜਿਹੜੇ ਅਨਵਾਂਟਡ ਪਲਾਂਟਸ ਹੁੰਦੇ ਆ ਕਿਸੇ ਵੀ ਫਸਲ ਵਿੱਚ ਗਰੋ ਕਰਦੇ ਅਸੀਂ ਉਹਨੂੰ ਰਿਮੂਵ ਕਰ ਦਿੰਦੇ ਹਾਂ। ਸੋ ਪ੍ਰੋਸੈਸ ਆਫ ਰਿਮੂਵਿੰਗ ਦਾ ਵੀਡਸ ਫਰੋਮ ਦਾ ਕ੍ਰੋਪ ਵਿਲੇਜ ਕਾਹਨੂੰ ਬੀਡਿੰਗ ਬੋਲਦੇ ਆ। ਇਹਦੇ ਵਿੱਚ ਮਕੈਨੀਕਲ ਮੈਥਡ ਜਿਹੜੇ ਹੁੰਦੇ ਆ ਜਿਹਦੇ ਨਾਲ ਅਸੀਂ ਹੱਥ ਦੇ ਨਾਲ ਪਲੱਫ ਕਰਕੇ ਖੋਦ ਕੇ ਅਸੀਂ ਉਹਨਾਂ ਨੂੰ ਹੱਥ ਨਾਲ ਰਿਮੂਵ ਕਰ ਸਕਦੇ ਹਾਂ, ਠੀਕ ਹੈ। ਟਰੈਕਟਰ ਸੀਡ ਡਰਿਲ ਦੇ ਰਾਹੀਂ, ਹਾਰੋ ਦੇ ਰਾਹੀਂ ਰਿਮੂਵ ਕਰ ਸਕਦੇ ਹਾਂ, ਠੀਕ ਹੈ। ਕੈਮੀਕਲ ਮੈਥਡ ਅਸੀਂ ਯੂਜ਼ ਕਰ ਸਕਦੇ ਹਾਂ ਸਪਰੇਅ ਕਰਕੇ, ਜਿੱਦਾਂ ਕਿ ਵੀਡੀਸਾਈਡਸ ਹੁੰਦੇ ਆ ਸਪਰੇਅ। ਇਹਦੇ ਵਿੱਚ ਸਭ ਤੋਂ ਮੇਨ ਆ ਤੁਸੀਂ ਯਾਰ 2,4-D ਡਾਈਕਲੋਰੋਫਿਨੋਕਸੀ ਐਸੀਟਿਕ ਐਸਿਡ, ਇਹ ਯੂਜ਼ ਕੀਤੀ ਜਾਂਦੀ ਕੈਮੀਕਲ, ਜਿਹੜੀ ਸਪਰੇਅ ਕਰਕੇ ਅਸੀਂ ਜਿਹੜੇ ਵੀਡਸ ਨੂੰ ਖ਼ਤਮ ਕਰ ਸਕਦੇ ਹਾਂ, ਠੀਕ ਹੈ ਜੀ। ਸੋ ਦੇ ਸ਼ੁੱਡ ਯੂਜ਼ ਦੀ ਵੀਡੀਸਾਈਡ ਵੈਰੀ ਕੇਅਰਫੁਲੀ, ਸਾਨੂੰ ਵੈਰੀ ਕੇਅਰਫੁਲੀ ਯੂਜ਼ ਕਰਨਾ ਆਪਣੇ ਨੋਜ਼ ਨੂੰ, ਮਾਊਥ ਨੂੰ ਕਵਰ ਕਰਕੇ। ਦਾ ਗ੍ਰੇਨ ਸ਼ੁੱਡ ਬੀ ਵਾਸ਼ ਟੂ ਦਾ ਬਿਫੋਰ ਕੰਜ਼ੰਪਸ਼ਨ ਬਿਫੋਰ ਵੀਡੀਸਾਈਡ ਪੋਇਜ਼ਨਸ। ਸਾਨੂੰ ਇਸੇ ਕਰਕੇ ਕਹਿੰਦੇ ਹੁੰਦੇ ਸਬਜ਼ੀਆਂ ਨੂੰ ਜਦੋਂ ਬਣਾਓ ਅਤੇ ਉਹਨੂੰ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਸਾਨੂੰ, ਤਾਂ ਕਿ ਸਾਡੇ ਅੰਦਰ ਨਾ ਚਲੀ ਜਾਣ ਉਹ ਕੀਟਾਣੂ, ਕਿਉਂਕਿ ਸਪਰੇਅ ਕੀਤੀ ਹੁੰਦੀ ਆ। ਲਾਸਟ ਇਹਦੇ ਵਿੱਚ ਮੈਥਡ ਹੈਗਾ ਬੇਟਾ ਬਾਇਓਲੋਜੀਕਲ ਮੈਥਡ। ਇਨਸੈਕਟਸ ਆਫ ਸਮ ਅਦਰ ਆਰਗਨ ਡੈਟ ਕੰਜ਼ਿਊਮ ਐਂਡ ਸਪੈਸ਼ਲੀ ਡਿਸਟਰੋਏ ਦਾ ਵੀਡ ਪਲਾਂਟਸ ਆਰ ਇੰਟਰੋਡਿਊਸਡ ਇਨ ਦਾ ਕ੍ਰੋਪ ਫੀਲਡ। ਦਿਸ ਇਜ਼ ਕਾਲਡ ਬਾਇਓਲੋਜੀਕਲ ਕੰਟਰੋਲ ਆਫ ਵੀਡਸ। ਬੈਸਟ ਐਗਜ਼ਾਮਪਲ ਇਹਦੇ ਵਿੱਚ ਪ੍ਰਿਕਲਿੰਗ ਪੀਅਰ ਕੈਕਟਸ ਬਾਈ ਯੂਜ਼ਿੰਗ ਦਾ ਕਾਰਨਿੰਗ ਇਨਸੈਕਟਸ, ਠੀਕ ਹੈ। ਸੋ ਇਹ ਵੀ ਇੱਕ ਮੈਥਡ ਆ, ਠੀਕ ਹੈ, ਜਿਹੜੀਆਂ ਕਿ ਅਸੀਂ ਵੀਡ ਪਲਾਂਟਸ ਨੂੰ ਅਸੀਂ ਡਿਸਟਰੋਏ ਕਰ ਸਕਦੇ ਹਾਂ, ਠੀਕ ਹੈ। ਹੋਰ ਪ੍ਰੋਟੈਕਸ਼ਨ ਫਰੋਮ ਪੈਸਟ ਤੋਂ, ਜਿਹੜੇ ਕੀਟਾਣੂ ਹੁੰਦੇ ਆ ਜਿੱਦਾਂ ਲੋਕਸਟ ਹੋ ਗਿਆ, ਇੱਦਾਂ ਦੀਆਂ ਚੀਜ਼ਾਂ ਤੋਂ ਅਸੀਂ ਪ੍ਰੋਟੈਕਟ, ਟਰਮਾਈਟਸ ਤੋਂ, ਇਹ ਡੈਮੇਜ ਕਰ ਦਿੰਦੇ ਆ ਕ੍ਰੋਪਸ ਨੂੰ। ਅਤੇ ਇਹਨਾਂ ਨੂੰ ਪੈਸਟ ਨੂੰ ਕੰਟਰੋਲ ਲਈ ਪੈਸਟੀਸਾਈਡਸ ਯੂਜ਼ ਕਰਦੇ ਹਾਂ। ਜਾਂ ਪੈਸਟੀਸਾਈਡ ਉਹ ਹੁੰਦੇ ਜਿਹੜੇ ਪੈਸਟ ਨੂੰ ਮਾਰ ਦਿੰਦੇ, ਜਿਹੜੇ ਕੀਟਾਣੂਆਂ ਨੂੰ ਕੀਟਾਣੂਨਾਸ਼ਕ ਇੱਦਾਂ ਦੀਆਂ ਦਵਾਈਆਂ ਹੁੰਦੀਆਂ ਉਹ ਜਿਹੜੀਆਂ ਪੈਸਟ ਕੀਟਾਣੂਆਂ ਨੂੰ ਖ਼ਤਮ ਕਰ ਦਿੰਦੀਆਂ ਫਸਲ ਦੇ ਵਿੱਚੋਂ। ਇਹਦੇ ਵਿੱਚ ਰੋਡੈਂਟੀਸਾਈਡਸ ਵੀ ਹੁੰਦੇ ਜਿਹੜੇ ਕਿਲ ਰੋਡੈਂਟਸ ਨੂੰ, ਠੀਕ ਹੈ। ਇਨਸੈਕਟੀਸਾਈਡ ਇਨਸੈਕਟਸ ਨੂੰ ਮਾਰ ਦਿੰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਯੂਜ਼ ਕਰਦੇ ਹਾਂ, ਕਾਹਦੇ ਵਾਸਤੇ ਕਰਦੇ ਹਾਂ, ਤਾਂ ਕਿ ਸਾਡੀ ਫਸਲ ਨੂੰ ਕੁਛ ਨੁਕਸਾਨ ਨਾ ਪਹੁੰਚੇ, ਅਸੀਂ ਉਹਨੂੰ ਈਜ਼ੀਲੀ ਜਿਹੜਾ ਗਰੋ ਕਰ ਸਕੀਏ, ਠੀਕ ਹੈ। ਸੋ these pesticides usually get mixed with soil particles, get dissolved in the soil water, absorbed by plants when they consume fruit, leaves, fruit the pesticides on our body। ਕਿਉਂਕਿ ਜਦੋਂ ਅਸੀਂ ਇਹ ਪੈਸਟੀਸਾਈਡ ਸਾਡੇ ਲਈ ਵੀ ਹਾਰਮਫੁਲ ਆ, ਸਾਨੂੰ ਜ਼ਿਆਦਾ ਅਮਾਊਂਟ ਵਿੱਚ ਪੈਸਟੀਸਾਈਡ ਕਦੇ ਨਹੀਂ ਯੂਜ਼ ਕਰਨੇ ਚਾਹੀਦੇ। ਕਿਉਂਕਿ ਦੇਖੋ ਜੇ ਤੁਸੀਂ ਕਿਸੇ ਵੀ ਖੇਤ ਵਿੱਚ ਸਪਰੇਅ ਕਰਦੇ ਹੋ ਪੈਸਟੀਸਾਈਡਸ, ਉੱਥੇ ਹੁਣ ਉਹ ਪਲਾਂਟਸ ਗਰੋ ਕਰੂਗੇ, ਫਰੂਟਸ ਵਗੈਰਾ ਗਰੋ ਕਰਨਗੇ, ਉਹ ਫਰੂਟ ਅਸੀਂ ਖਾਵਾਂਗੇ ਅਤੇ ਸਾਨੂੰ ਵੀ ਨੁਕਸਾਨ ਆ, ਠੀਕ ਹੈ। ਔਰ ਲਾਸਟ ਦੇ ਵਿੱਚ ਬੇਟਾ ਤੁਹਾਡਾ ਥੋੜ੍ਹਾ ਚੈਪਟਰ ਰਹਿ ਗਿਆ ਆ, ਠੀਕ ਹੈ। ਸੋ ਇਹ ਅਸੀਂ ਨੈਕਸਟ ਕਰ ਲਾਂਗੇ ਅੱਗੇ। ਇਹਦੇ ਵਿੱਚ ਹਾਰਵੈਸਟਿੰਗ ਆ ਬੇਟਾ। ਹਾਰਵੈਸਟਿੰਗ ਤੁਹਾਨੂੰ ਪਤਾ ਜਦੋਂ ਪੱਕ ਜਾਂਦੀ ਆ ਫਸਲ, ਉਹਨੂੰ ਅਸੀਂ ਕੱਟ ਹੋ ਮੈਚਿਓਰ ਹੋ ਜਾਂਦੀ ਹੈ ਅਤੇ ਹਾਰਵੈਸਟ ਕਰ ਲੈਂਦੇ ਹਾਂ। ਤੁਹਾਨੂੰ ਪਤਾ ਹੀ ਹੈ ਸਾਰੀਆਂ ਚੀਜ਼ਾਂ। ਆਲ ਦਾ ਕ੍ਰੋਪ ਹਾਰਵੈਸਟਰ ਗ੍ਰੇਨਸ ਆ ਸੈਪਰੇਟ ਹੁੰਦਾ ਸ਼ਾਫ ਪ੍ਰੋਸੈਸ ਥ੍ਰੈਸ਼ਿੰਗ। ਆ ਦੇਖੋ ਜਿੱਦਾਂ ਅਸੀਂ ਪੁਰਾਣੇ ਜ਼ਮਾਨੇ ਹੱਥ ਨਾਲ ਇੱਦਾਂ ਦਾਣੇ ਅਲੱਗ ਕਰਦੇ ਹੁੰਦੇ ਸੀ, ਅੱਜ ਕੱਲ੍ਹ ਤਾਂ ਕੰਬਾਈਨਸ ਵਗੈਰਾ ਚੱਲ ਪਈਆਂ, ਠੀਕ ਹੈ। ਫਿਰ ਵਿਨੋਇੰਗ ਹਵਾ ਦੇ ਨਾਲ, ਆ ਇੱਕ ਪੂਰਾ ਇਨਸਾਨ ਉਹਨੂੰ ਹਵਾ ਦੇ ਨਾਲ ਅਲੱਗ ਕਰ ਰਿਹਾ, ਛੱਟ ਜਿਹੜੇ ਹੁੰਦੇ ਆ ਉਹਨੂੰ ਵਿਨੋਇੰਗ ਕਹਿੰਦੇ ਆ। ਹਸਕ ਨੂੰ ਅਲੱਗ ਕਰਨਾ। ਫਿਰ ਜਦੋਂ ਇਹ ਸਾਰਾ ਕੁਝ ਇਕੱਠਾ ਕਰਕੇ ਅਸੀਂ ਉਹਨੂੰ ਸਟੋਰੇਜ ਕਰਦੇ ਹਾਂ ਆਪਣੀ ਫਸਲ ਨੂੰ, ਹੈ ਨਾ। ਆ ਦੇਖੋ
ਆਹ ਦੇਖੋ ਸੌਲ ਸਿਲੰਡਰ ਸਿਲੋਸ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਅਸੀਂ ਸਟੋਰ ਕਰ ਲੈਂਦੇ ਹਾਂ ਧੁੱਪ ਦੇ ਵਿੱਚ ਸੁਕਾ ਕੇ। ਠੀਕ ਹੈ, ਸੋ ਲਾਸਟ ਇਹਦੇ ਵਿੱਚ ਬਸ ਇਹੀ ਟੋਪਿਕ ਆ ਤੁਹਾਡਾ ਬੇਟਾ ਕਿ ਹਾਈਬ੍ਰਿਡਾਈਜੇਸ਼ਨ ਇਹਦਾ ਇੱਕ ਉਹ ਟੈਕਨੀਕ ਹੁੰਦੀ ਹੈ ਜਿਹੜੀਆਂ ਨਵੀਆਂ ਵਰਾਇਟੀਜ਼ ਨੂੰ ਅਸੀਂ ਕ੍ਰਾਸ ਬਰੀਡ ਕਰਵਾ ਕੇ ਡਿਫਰੈਂਟ ਵਰਾਇਟੀਜ਼ ਗਰੋ ਕਰ ਸਕਦੇ ਹਾਂ ਅਸੀਂ। ਠੀਕ ਹੈ, ਅਤੇ ਫੂਡ ਫਰੋਮ ਐਨੀਮਲਸ, ਐਨੀਮਲ ਨੀਡ ਗੁੱਡ ਫੂਡ ਸ਼ੈਲਟਰ ਐਂਡ ਕੇਅਰ ਫਾਰ ਦਾ ਪ੍ਰੋਪਰ ਐਂਡ ਫੂਡ ਪ੍ਰੋਡਕਸ਼ਨ ਦਾ ਸਾਇੰਸ ਦਾ ਡੀਲਸ ਵਿਦ ਬਰੀਡਿੰਗ ਫੀਡਿੰਗ ਕੇਅਰਿੰਗ ਆਫ ਡੋਮੈਸਟਿਕ ਉਹਨੂੰ ਐਨੀਮਲ ਹਸਬੈਂਡਰੀ ਕਹਿੰਦੇ ਆ। ਐਨੀਮਲ ਹਸਬੈਂਡ ਹੁੰਦੀ ਹੈ ਜਿਹਦੇ ਵਿੱਚ ਘਰ ਵਿੱਚ ਤੁਸੀਂ ਕਿਸੇ ਐਨੀਮਲ ਨੂੰ ਪਾਲਦੇ ਆ, ਉਹਦੀ ਕੇਅਰ ਕਰਦੇ ਆ। ਠੀਕ ਆ, ਉਹਨੂੰ ਫੀਡ ਦਿੰਦੇ ਆ। ਉਹ ਸਾਰੇ ਡੋਮੈਸਟਿਕ ਐਨੀਮਲ ਜਿਹੜੇ ਘਰ ਵਿੱਚ ਪਾਲਦੇ, ਡੋਮੈਸਟਿਕ ਐਨੀਮਲ ਹੁੰਦੇ ਘਰ ਵਿੱਚ ਪਾਲਦੇ ਆ, ਉਹਨੂੰ ਅਸੀਂ ਐਨੀਮਲ ਹਸਬੈਂਡਰੀ ਕਹਿੰਦੇ ਹਾਂ। ਫਿਰ ਪੀਸੀਕਲਚਰ ਕੀ ਹੁੰਦਾ, ਉਹ ਫਿਸ਼ ਦੀ ਪ੍ਰੋਡਕਸ਼ਨ ਕਰਨਾ ਲਾਰਜ ਸਕੇਲ ਦੇ ਵਿੱਚ, ਫਿਸ਼ ਦੀ ਫਾਰਮਿੰਗ ਕਰਨੀ। ਠੀਕ ਹੈ, ਨਰਸਰੀ ਉਹਨਾਂ ਨੂੰ ਅਸੀਂ ਪੀਸੀਕਲਚਰ ਕਹਿੰਦੇ ਹਾਂ। ਅੰਡਰਸਟੂਡ। ਸੋ ਇਹ ਇੰਪੋਰਟੈਂਟ ਡੈਫੀਨੇਸ਼ਨਸ ਆ ਬੇਟਾ। ਠੀਕ ਹੈ, ਸੋ ਇਹਦੇ ਨਾਲ ਜਿਹੜਾ ਇਨਕਰੀਜ਼ ਆਪਣੇ ਹੈਗੇ ਆ, ਇਹ ਤੁਹਾਡਾ ਚੈਪਟਰ ਇਹਦੇ ਨਾਲ ਬੇਟਾ ਕੰਪਲੀਟ ਹੁੰਦਾ ਆ ਸਾਰਾ। ਠੀਕ ਹੈ, ਜੇ ਕੋਈ ਵੀ ਫਿਰ ਵੀ ਤੁਹਾਨੂੰ ਪ੍ਰੋਬਲਮ ਹੋਈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਔਰ ਇਹ ਤੁਹਾਡੀਆਂ ਸਾਰੀਆਂ ਇਹਦੇ ਵਿੱਚ ਐਗਰੀਕਲਚਰ ਪ੍ਰੈਕਟਿਸਿਸ ਇੰਪੋਰਟੈਂਟ ਆ ਬੇਟਾ। ਇਹ ਸਾਰਾ ਡੈਫੀਨੇਸ਼ਨ ਜਿਹੜੀਆਂ ਸਾਰੀਆਂ ਤੁਸੀਂ ਕਰਨੀਆਂ ਹੈ। ਓਕੇ ਬੇਟਾ, ਸੋ ਥੈਂਕ ਯੂ ਬੇਟਾ, ਹੈਵ ਅ ਨਾਈਸ ਡੇ।